कबीर जी। जोत की जात, जात की ज्योति, तित लागे कंचुआ फल मोती। कवन सो कर जो निरपौ कहिए, पौ भज जाए अपह होए रहीए। रहाओ तट तीर्थ नहीं मन बतियाए, चार अचार रहे उलझाए। पाप पुण्य दो एक समान, निज घर पारस तजो गुण आन। कबीर निर्गुण नाम न रोस, इस पर चाहे परच रहो एस। वाहिगुरु जी का खालसा, वाहिगुरु जी की फतेह। ਜਿਉਂ ਜਿਉਂ ਭਗਤ ਬਾਣੀ ਦੀ ਵਿਚਾਰ ਕਰ ਰਹੇ ਹਾਂ, ਬਹੁਤ ਹੀ ਡੂੰਘੀਆਂ ਗੱਲਾਂ ਭਗਤ ਜੀ ਖੋਲ ਰਹੇ ਹਨ। ਜਿਵੇਂ ਸਿੱਧ ਗੋਸ਼ ਦੀ ਬਾਣੀ ਪੜ੍ਹੀਏ ਤੇ ਉਸ ਵਿੱਚ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤੇ ਆਪਣੇ ਵੱਲੋਂ ਬੜੇ ਡੂੰਘੇ, ਟੇਢੇ ਮੇਢੇ, ਗੁੰਝਲਦਾਰ ਸਵਾਲ ਕੀਤੇ, ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਤਸੱਲੀ ਕਰਵਾਈ। ਸੱਚਮੁੱਚ ਇਸੇ ਤਰ੍ਹਾਂ ਭਗਤ ਕਬੀਰ ਜੀ ਉੱਤੇ ਵੀ ਅਨੇਕਾਂ ਵਿਦਵਾਨਾਂ ਦੇ ਨਾਲ ਉਹਨਾਂ ਦਾ ਵਿਚਾਰ ਵਟਾਂਦਰਾ ਹੁੰਦਾ ਹੈ, ਔਰ ਖਾਸ ਕਰਕੇ ਕਾਂਸ਼ੀ ਦੇ ਅੰਦਰ ਬੜੇ ਬੜੇ ਵਿਦਵਾਨ ਪੰਡਤ ਰਹਿੰਦੇ ਹਨ, ਜਿਨ੍ਹਾਂ ਨੂੰ ਆਪਣੀ ਵਿਦਵਤਾ ਉੱਤੇ ਬੜਾ ਮਾਣ ਹੈ। ਔਰ ਉਸ ਸਮੇਂ ਦੇ ਤਰੀਕੇ ਬਾਰੇ ਵੀ ਪੜ੍ਹਦੇ ਸੁਣਦੇ ਹਾਂ ਕਿ ਵਿਦਵਾਨ ਆਪਣੀ ਵਿੱਦਿਆ ਨੂੰ ਦੁਨੀਆ ਵਿੱਚ ਚਮਕਾਉਣ ਵਾਸਤੇ ਇਹੋ ਜਿਹੇ ਸ਼ਾਸਤਰ ਅਰਥ ਵੀ ਕਰਦੇ ਸਨ ਕਿ ਇੱਕ ਪੰਡਤ ਦੂਜੇ ਪੰਡਤ ਨੂੰ ਚੈਲੰਜ ਕਰਦਾ, ਫਿਰ ਉਹ ਸਮਾਂ ਨਿਸ਼ਚਿਤ ਕਰਕੇ ਇੱਕ ਮੰਚ ਉੱਤੇ ਬੈਠ ਕੇ ਆਪਸ ਵਿੱਚ ਕਈ ਤਰ੍ਹਾਂ ਦੇ ਸਵਾਲ ਜਵਾਬ ਕਰਦੇ। ਜਿਹੜਾ ਪੰਡਤ ਹਾਰ ਜਾਂਦਾ ਉਹਦੀ ਅਨਾਊਂਸਮੈਂਟ ਹੁੰਦੀ ਹੈ ਹਾਰ ਗਿਆ, ਔਰ ਜਿਹੜਾ ਜਿੱਤ ਜਾਂਦਾ ਉਹ ਉਹਦੀਆਂ ਪੁਸਤਕਾਂ ਉੱਤੇ ਕਬਜ਼ਾ ਕਰ ਲੈਂਦਾ ਜਾਂ ਆਪਣੀ ਜਿੱਤ ਦੇ ਡੰਕੇ ਵਜਾਉਂਦਾ। ਤੋ ਐਸਾ ਪ੍ਰਤੀਤ ਹੁੰਦਾ ਹੈ ਕਿ ਭਗਤ ਜੀ ਉੱਤੇ ਵੀ ਇਹੋ ਜਿਹੇ ਕਈ ਪ੍ਰਸ਼ਨ, ਕਈ ਸਵਾਲ ਲੋਕ ਕਰਦੇ ਹਨ, ਤੇ ਭਗਤ ਜੀ ਆਪਣੇ ਅਨੁਭਵ ਦੁਆਰਾ ਉਹਨਾਂ ਲੋਕਾਂ ਦੀ ਤਸੱਲੀ ਕਰਾਉਂਦੇ ਹਨ। ਜਿਵੇਂ ਕਿ ਇਸ ਸ਼ਬਦ ਦੇ ਅੰਦਰ ਇਹ ਸਵਾਲ ਹੈ, ਕਵਨ ਤੋਂ ਘਰ ਜੋ ਨਿਰਭਉ ਕਹੀ ਹੈ। ਇਹ ਗੱਲ ਮੈਂ ਵੀ ਪੁੱਛ ਸਕਦਾ, ਤੁਸੀਂ ਵੀ ਪੁੱਛ ਸਕਦੇ ਹੋ, ਕੋਈ ਵੀ ਪੁੱਛ ਸਕਦਾ। ਭਗਤ ਜੀ ਕਿਰਪਾ ਕਰਕੇ ਦੱਸੋ, ਉਹ ਕਿਹੜਾ ਘਰ ਹੈ, ਉਹ ਕਿਹੜਾ ਟਿਕਾਣਾ ਹੈ, ਉਹ ਕਿਹੜੀ ਅਵਸਥਾ ਹੈ ਜਿੱਥੇ ਪਹੁੰਚ ਕੇ ਅਸੀਂ ਨਿਰਭਉ ਹੋ ਜਾਈਏ। ਕਮਨ ਤੋਂ ਘਰ ਜੋ ਨਿਰਭਉ ਕਹੀਏ, ਭਉ ਭੱਜ ਜਾਏ। ਡਰ ਦੂਰ ਹੋ ਜਾਏ, ਅਪਹਿ ਹੋਏ ਰਹੀਏ, ਤੇ ਅਸੀਂ ਭੈ ਰਹਿਤ ਹੋ ਕਰਕੇ ਇਸ ਸੰਸਾਰ ਵਿੱਚ ਵਿਚਰ ਸਕੇ। ਬੜਾ ਦਿਲਚਸਪ ਸਵਾਲ ਹੈ, ਮੇਰੇ ਲਈ, ਤੁਹਾਡੇ ਲਈ, ਸਾਡੇ ਸਾਰਿਆਂ ਲਈ ਬੜਾ ਲਾਹੇਵੰਦ ਹੈ। ਆਓ ਜ਼ਰਾ ਸਮਝੀਏ ਭਗਤ ਜੀ ਕੀ ਤਸੱਲੀ ਬਖਸ਼ ਜਵਾਬ ਦਿੰਦੇ ਹਨ। ਆਂਦੇ ਨੇ, ਦੇਖੋ ਭਾਈ, ਸਭ ਤੋਂ ਪਹਿਲੀ ਗੱਲ ਇਹ ਸਮਝਣੀ ਕਰੋ ਕਿ ਜੋਤ ਕੀ ਜਾਤ, ਜਾਤ ਕੀ ज्योति, परमात्मा जो है वो जोत रूप है। और ये जिहड़ी सृष्टि है ये उहदे हुक्म दे अंदर पैदा हुई, भाव उस जोत दी इच्छा अनुसार ही ये जात सृष्टि बनी। जिमें धन गुरु नानक देव जी महाराज ने मारू राग विच सोहले बाणी विच फरमाया है कि अरबद नरबद धुंदू कारा,
ਧਰਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਇੱਕ ਐਸਾ ਸਮਾਂ ਸੀ ਜਦੋਂ ਕੁਝ ਵੀ ਨਹੀਂ ਸੀ। ਅਰਬਦ ਨਰਬਦ, ਅਰਬਦ ਦਾ ਅਖਰੀ ਅਰਥ ਹੈ ਅਰਬਾਂ ਸਾਲ। ਫਿਰ ਆਖਿਆ ਨਾ ਅਰਬਦ, ਨਹੀਂ ਇਸ ਤੋਂ ਵੀ ਪਤਾ ਨਹੀਂ ਵੱਧ। ਧੁੰਦੂਕਾਰ ਸੀਗਾ, ਨਾ ਧਰਤੀ ਸੀ, ਨਾ ਅਸਮਾਨ ਸੀ, ਨਾ ਦਿਨ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ। ਪਰਮਾਤਮਾ ਜੋਤ ਰੂਪ ਆਪਣੀ ਸਮਾਧੀ ਵਿੱਚ ਸਥਿਤ ਸੀ। ਪਰ ਜਦੋਂ ਉਸ ਜੋਤ ਦੇ ਅੰਦਰ ਇਹ ਫੁਰਨਾ ਹੋਇਆ ਕਿ ਮੈਂ ਹੁਣ ਸ੍ਰਿਸ਼ਟੀ ਬਣਾਉਣੀ ਹੈ, ਇਹ ਜ਼ਿਕਰ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਵੀ ਕੀਤਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਵੀ ਚੌਪਈ ਵਿੱਚ ਫਰਮਾਇਆ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। जब या करख करत हो कब हूँ, तुम मैं मिलत देह तर सब हूँ। ਇਹਦਾ ਮਤਲਬ ਉਸ ਵਾਹਿਗੁਰੂ ਅਕਾਲ ਪੁਰਖ ਨੇ ਜੋ ਪਹਿਲਾਂ ਜੋਤ ਰੂਪ ਸੀ, ਉਸ ਜੋਤ ਰੂਪ ਤੋਂ ਉਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ। ਜੋਤ ਕੀ ਜਾਤ, ਜਾਤ ਕੀ ਜੋਤੀ। ਇਹ ਸ੍ਰਿਸ਼ਟੀ ਜੋ ਹੈ ਇਹ ਜੋਤੀ ਰੂਪ ਹੈ, ਭਾਵ ਸਾਰੇ ਜੀਵਾਂ ਦੇ ਅੰਦਰ ਉਸ ਦੀ ਜੋਤ ਬਿਰਾਜਮਾਨ। ਇਹ ਵੱਖਰੀ ਗੱਲ ਹੈ ਕਿ ਕੋਈ ਮੰਨੇ ਜਾਂ ਨਾ ਮੰਨੇ, ਪਰ ਇਹ ਗੱਲ ਹੈ ਬਿਲਕੁਲ ਸਪਸ਼ਟ ਕਿ ਮੈਂ ਬੋਲਦਾ ਹਾਂ ਉਦੋਂ ਤੱਕ ਜਦ ਤੱਕ ਉਸ ਦੀ ਜੋਤ ਮੇਰੇ ਵਿੱਚ ਮੌਜੂਦ ਹੈ। ਤੁਸੀਂ ਸੁਣਦੇ ਹੋ ਉਦੋਂ ਤੱਕ ਜਦ ਤੱਕ ਤੁਹਾਡੇ ਵਿੱਚ ਉਹਦੀ ਜੋਤ ਮੌਜੂਦ। ਫਿਰ ਵੀ ਕੋਈ ਆਖੇ ਜੀ ਅਸੀਂ ਇਸ ਨਾਲ ਸਹਿਮਤ ਨਹੀਂ, ਉਹਦੀ ਮਰਜ਼ੀ। ਕਿਉਂਕਿ ਲੋਕ ਇਸ ਗੱਲ 'ਤੇ ਉਲਝ ਰਹੇ ਨੇ, ਝਗੜ ਰਹੇ ਨੇ। ਕੋਈ ਕਹਿੰਦਾ ਪਰਮਾਤਮਾ ਨਿਰਗੁਣ ਹੈ, ਕੋਈ ਕਹਿੰਦਾ ਸਰਗੁਣ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਨਿਰਗੁਣ ਆਪ, ਸਰਗੁਣ ਵੀ ਉਹੀ। ਕਲਾਧਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਹੁਣ ਇਹਦੀ ਵਿਆਖਿਆ ਤੇ ਕਿਤਨੀ ਲੰਬੀ ਚੌੜੀ ਕਰ ਲਈ ਹੈ, ਥੋੜੀ। ਪਰ ਮਹਾਰਾਜ ਨੇ ਸੰਖੇਪ ਰੂਪ ਵਿੱਚ ਭਗਤ ਜੀ ਨੇ ਕਿਹਾ, ਜੋਤ ਕੀ ਜਾਤ, ਜਾਤ ਕੀ ਜੋਤੀ। ਉਸ ਪਰਮਾਤਮਾ ਤੋਂ ਇਹ ਸ੍ਰਿਸ਼ਟੀ ਬਣੀ ਔਰ ਇਸ ਸ੍ਰਿਸ਼ਟੀ ਵਿੱਚ ਉਹਦੀ ਜੋਤ ਮੌਜੂਦ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਆਖਿਆ ਹੁਣ ਉਸ ਜੋਤ ਤੋਂ ਇਹ ਸ੍ਰਿਸ਼ਟੀ ਬਣੀ ਤੇ ਸ੍ਰਿਸ਼ਟੀ ਵਿੱਚ ਜਿਹੜੇ ਜੀਵ ਪੈਦਾ ਕੀਤੇ, ਤਿਤ ਲਾਗੇ ਕੰਚੂਆ ਫਲ ਮੋਤੀ। ਉਹਨਾਂ ਨੂੰ ਫਿਰ ਅੱਗੋਂ ਕੰਚੂਆ, ਕੱਚੇ ਅਤੇ ਮੋਤੀ, ਚੰਗੇ ਅਤੇ ਮਾੜੇ ਵਿਚਾਰ ਸ਼ੁਰੂ ਹੋ ਗਏ। ਜਦੋਂ ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵੀ ਮਹਾਰਾਜ ਨੇ ਇਹ ਸਾਰੀ ਤਰ੍ਹਾਂ ਖੋਲ ਕੇ ਸਮਝਾਇਆ। ਆਖਿਆ ਉਹ ਪਰਮਾਤਮਾ ਜੀ ਜੰਤ ਕੇ ਠਾਕੁਰਾ, ਆਪੇ ਵਰਤਣਹਾਰ। ਨਾਨਕ ਏਕੋ ਪਸਰਿਆ, ਦੂਜਾ ਕਹਾਂ ਦ੍ਰਿਸ਼ਟਾਰ। ਆਖਿਆ ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਆਪ ਹੀ ਇਸ ਸਾਰੇ ਸੰਸਾਰ ਵਿੱਚ ਵਰਤਦੇ। ਤੇ ਫਿਰ ਇਸ ਸੰਸਾਰ ਦੇ ਜੀਵਾਂ ਦੇ ਅੰਦਰ ਦੋ ਤਰ੍ਹਾਂ ਦੇ ਵਿਚਾਰ ਹਨ। ਤਿਤ ਲਾਗੇ ਕੰਚੂਆ ਫਲ ਮੋਤੀ। ਚੰਗੇ ਗੁਣ ਵੀ ਹਨ ਅਤੇ ਔਗੁਣ ਵੀ ਹਨ। ਇਹ ਸਾਡੀ ਉਸ ਬੁੱਧੀ ਨੂੰ ਲੱਗੇ ਹਨ। ਭਾਵ ਸੰਸਾਰ ਦੇ ਅੰਦਰ ਜੋ ਜੀਵ ਹਨ,
ਕੁਝ ਚੰਗੇ ਕੰਮਾਂ ਵਿੱਚ ਲੱਗ ਗਏ, ਕੋ ਮਾੜਿਆਂ 'ਚ ਲੱਗ। ਫਿਰ ਸਵਾਲ ਆਉਂਦਾ, ਕਮਨ ਸੋ ਘਰ ਜੋ ਨਿਰਭਉ ਕਹੀਏ। ਉਹ ਕਿਹੜਾ ਅਸਥਾਨ ਹੈ, ਕਿਹੜਾ ਟਿਕਾਣਾ ਹੈ ਜਿਸ ਨੂੰ ਨਿਰਭਉ ਕਿਹਾ ਜਾਂਦਾ ਹੈ। ਭਉ ਭੱਜ ਜਾਏ, ਜਿਸ ਅਵਸਥਾ 'ਤੇ ਟਿਕਣ ਕਰਕੇ ਭਉ ਭੱਜ ਜਾਏ, ਦੂਰ ਹੋ ਜਾਏ। ਅਭੈ ਹੋਏ ਰਹੀਏ, ਭੈ ਤੋਂ ਰਹਿਤ ਹੋ ਕੇ ਵਿਚਰ ਨਾ ਕਰੀ। ਲਓ ਹੁਣ ਪਾਤ ਕਬੀਰ ਜੀ ਅੱਗੇ ਖੋਲਦੇ ਰਹਾਓ। ਤਟ ਤੀਰਥ ਨਹੀਂ ਮਨ ਪਤੀ ਆਏ। ਤਟ ਦੇ ਟੈਂਕੇ ਨੂੰ ਸਿਹਾਰੀ ਹੈ, ਤੀਰਥ ਦੇ ਥੱਥੇ ਨੂੰ ਸਿਹਾਰੀ ਹੈ। ਤੀਰਥਾਂ ਦੇ ਤੱਟ 'ਤੇ ਜਾ ਕੇ ਵੀ ਨਹੀਂ ਮਨ ਪਤੀ ਆਏ, ਮਨ ਦੀ ਤਸੱਲੀ ਨਹੀਂ ਹੁੰਦੀ। ਲੋਕ ਘਰ ਛੱਡ ਕੇ, ਆਪਣਾ ਪਰਿਵਾਰ ਛੱਡ ਕੇ ਤੀਰਥਾਂ 'ਤੇ ਜਾ ਕੇ ਡੇਰੇ ਲਾ ਲੈਂਦੇ। ਪਰ ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰਝਾਏ। ਉੱਥੇ ਜਾ ਕੇ ਵੀ ਲੋਕ ਚੰਗੇ ਅਤੇ ਮਾੜੇ ਕੰਮਾਂ ਵਿੱਚ ਹੀ ਉਲਝੇ ਰਹਿੰਦੇ ਹਨ। ਚਾਰ ਦਾ ਮਤਲਬ ਹੈ ਸੁੰਦਰ ਵਿਚਾਰ ਤਥਾ ਕੰਮ ਕਰਨ ਦੀ ਸੋਚ, ਅਤੇ ਮਾੜੇ ਕੰਮਾਂ ਤੋਂ ਬਚਣ ਦੀ ਸੋਚ ਵਿੱਚ ਉਲਝੇ ਰਹਿੰਦੇ। ਮਨ ਦੀ ਫਿਰ ਵੀ ਤਸੱਲੀ ਨਹੀਂ ਹੁੰਦੀ। ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰਝਾਏ। ਪਾਪ ਪੁੰਨ ਦੋਏ ਏਕ ਸਮਾਨ। ਹੁਣ ਤੁਸੀਂ ਆਖੋਗੇ ਦੋਵੇਂ ਇੱਕੋ ਸਮਾਨ? ਹਾਂ, ਭਾਵ ਚੰਗੇ ਕੰਮ ਤੇ ਮਾੜੇ ਕੰਮਾਂ ਦੇ ਫੁਰਨੇ ਫੋਰਨ ਲਈ ਮਨ ਤੇ ਉਸੇ ਤਰ੍ਹਾਂ ਭਟਕਦਾ ਰਹਿੰਦਾ, ਜਾਂ ਇਹ ਗੱਲ ਲੱਭਣ ਵਿੱਚ ਹੀ ਸਾਰਾ ਸਮਾਂ ਬਤੀਤ ਹੋ ਜਾਂਦਾ ਕਿ ਚੰਗਾ ਕੰਮ ਕਿਹੜਾ, ਮਾੜਾ ਕੰਮ ਕਿਹੜਾ। ਸਾਰੇ ਜਿਤਨੇ ਧਰਮ ਗ੍ਰੰਥ ਨੇ ਉਹਨਾਂ ਵਿੱਚ ਇਸੇ ਗੱਲ 'ਤੇ ਜ਼ੋਰ ਦਿੱਤਾ ਹੋਇਆ। ਇਸੇ ਲਈ ਭਗਤ ਜੀ ਨੇ ਕਿਹਾ ਕਿ ਮੇਰੀ ਸਮਝ ਵਿੱਚ ਤੇ ਇਹ ਜਿਹੜੇ ਧਰਮ ਗ੍ਰੰਥ ਨੇ ਇਹ ਵੀ ਲੋਕਾਂ ਵਾਸਤੇ ਜੰਜੀਰਾਂ ਬਣ ਗਈਆਂ। ਵੇਦ ਕੀ ਪੁੱਤਰੀ ਸਿਮਰਤ ਭਾਈ, ਸਾਂਕਲ ਜੇਵਰੀ ਲੈ ਹੈ ਆਈ। ਆਪਨ ਨਗਰ ਆਪ ਤੇ ਬੰਧਿਆ। ਕਹਿੰਦੇ ਇਹਨਾਂ ਸੋਚਾਂ ਵਿੱਚ ਹੀ ਲੋਕ ਫਸੇ ਹੋਏ ਨੇ। ਹੁਣ ਵੀ ਅਸੀਂ ਆਪਣੇ ਇਰਦ ਗਿਰਦ ਵਿੱਚ ਜਦੋਂ ਨਜ਼ਰ ਮਾਰਦੇ ਹਾਂ ਤੇ ਲੋਕ ਆਹ ਕੰਮ ਕਰੋਗੇ ਪਾਪ ਹੋ ਜਾਏਗਾ, ਆਹ ਕੰਮ ਕਰੋਗੇ ਪੁੰਨ ਹੋ ਜਾਏਗਾ। ਮਤਲਬ ਜਿਹੜੀ ਮਨ ਦੀ ਭਟਕਣਾ ਹੈ ਉਹ ਤੇ ਉਸੇ ਤਰ੍ਹਾਂ ਚੱਲਦੀ ਰਹਿੰਦੀ। ਪਾਪ ਪੁੰਨ ਦੋਏ ਏਕ ਸਮਾਨ। ਮਨ ਨੂੰ ਟਿਕਾਓ ਫਿਰ ਵੀ ਨਹੀਂ ਹੁੰਦਾ। ਤਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰਝਾਏ। ਪਾਪ ਪੁੰਨ ਦੋਏ ਏਕ ਸਮਾਨ। ਮਨ ਦੀ ਜਿਹੜੀ ਭਟਕਣਾ ਹੈ ਉਹ ਇਹਨਾਂ ਚੰਗੇ ਤੇ ਮੰਦੇ ਕੰਮਾਂ ਦੇ ਨਿਰਣੇ ਕਰਨ ਵਿੱਚ ਲੱਗੀ ਰਹਿੰਦੀ ਹੈ। ਭਗਤ ਜੀ ਕਹਿੰਦੇ ਸੁਣੋ ਮੇਰੀ ਗੱਲ। ਨਿਜ ਕਰ ਪਾਰਸ ਤਜੋ ਗੁਣ ਆਨ। ਨਿਜ ਘਰ, ਤੁਹਾਡੇ ਘਰ ਦੇ ਅੰਦਰ ਪਰਮਾਤਮਾ ਦੀ ਜੋਤ ਮੌਜੂਦ ਹੈ ਜੋ ਪਾਰਸਵਤ। ਪਾਰਸ ਇੱਕ ਵੱਟੀ ਕਹੀ ਜਾਂਦੀ ਜਿਹਦੇ ਬਾਰੇ ਪ੍ਰਸਿੱਧ ਤੇ ਪ੍ਰਚਲਿਤ ਹੈ ਕਿ ਉਹਦੇ ਨਾਲ ਛੂਹ ਕੇ ਲੋਹਾ ਵੀ ਸੋਨਾ ਬਣ ਜਾਂਦਾ। ਆਖਿਆ ਤੁਸੀਂ ਕਿਉਂ ਤੀਰਥਾਂ 'ਤੇ ਭਟਕਦੇ ਹੋ? ਕਿਉਂ ਤੁਸੀਂ ਪੁੰਨਾਂ ਪਾਪਾਂ ਦੇ ਚੱਕਰ ਵਿੱਚ ਫਸੇ ਹੋਏ ਹੋ? ਨਿਜ ਘਰ ਪਾਰਸ, ਘਰ ਦੇ ਰਾਰੇ ਨੂੰ ਸਿਹਾਰੀ ਹੈ। ਤੁਹਾਡੇ ਆਪਣੇ ਘਰ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਰੂਪੀ ਪਾਰਸ ਮੌਜੂਦ ਹੈ। ਤਜੋ ਗੁਣ ਆਨ। ਤੁਸੀਂ ਹੋਰ ਖਿਆਲਾਂ ਨੂੰ ਛੱਡ ਦਿਓ, ਹੋਰ ਪਾਸੇ ਵਿੱਚ ਭਟਕਣਾ ਦੂਰ ਕਰ ਦਿਓ। ਦੇਖੋ ਨਾ, ਅਸੀਂ ਜਦੋਂ ਪੜ੍ਹਦੇ ਹਾਂ ਬਾਣੀ ਤੇ ਪਾਤਸ਼ਾਹ ਫਰਮਾਉਂਦੇ ਨੇ, ਲੋਕ ਕੀ ਕਰ ਰਹੇ ਹਨ? ਕੋਈ ਤੇ ਅੱਖਾਂ ਮੀਟ ਕੇ ਬੈਠਾ ਹੋਇਆ, ਕੋਈ ਤੀਰਥਾਂ 'ਤੇ ਜਾ ਕੇ ਬੈਠਾ ਹੋਇਆ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਨਾਤ ਫਿਰਿਓ ਨੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੇ,
ऐसे ही ऐसे तो बैस बितायो, साच कहो सुन ले हो सबे, जिन प्रेम कियो तिन ही प्रभ पायो। आख्या क्यों तुसी इन्हां चक्करां विच फसे होए, निज कर पारस तजो गुण आन। तुसी होर सारे पासे पाप पुण्य वाले छड़ दिओ और तुहाडे घर विच परमात्मा पारस रूपी जोत मौजूद है। तुसी ਉਹਦੇ ਨਾਲ ਜੁੜਨਾ ਕਰੋ, बस ਉਹਦੇ ਨਾਲ ਜੁੜਨ ਦੀ ਦੇਰੀ ਹੈ। ਕੀ ਹੋਵੇਗਾ? ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਦਿਨ ਤੁਸੀਂ ਪਰਮਾਤਮਾ ਦੇ ਭੈ ਵਿੱਚ ਆ ਗਏ, ਤੁਹਾਡੇ ਸਾਰੇ ਭਉ ਦੂਰ ਹੋ ਜਾਣ। ਗੁਰੂ ਪਾਤਸ਼ਾਹ ਜੀ ਨੇ ਇਹਨੂੰ ਖੋਲਿਆ, ਆਖਿਆ ਜਿਨਾ ਭਉ ਤਿਨ ਨਾਹੀ ਭਉ, ਮੁੱਚ ਭਉ ਨਿਭਵੇ ਹਾਂ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਡਰ ਹੈ, ਉਹਨਾਂ ਨੂੰ ਸੰਸਾਰ ਦਾ ਕੋਈ ਡਰ ਨਹੀਂ। ਪਰ ਜਿਹੜੇ ਕਹਿੰਦੇ ਨੇ ਕਿ ਅਸੀਂ ਪਰਮਾਤਮਾ ਤੋਂ ਨਹੀਂ ਡਰਦੇ, ਉਹਨਾਂ ਨੂੰ ਮੁੱਚ ਭਉ ਬਹੁਤ ਡਰ ਚੰਬੜੇਗਾ। ਜਿਨ੍ਹਾਂ ਭਉ ਤਿਨ ਨਾਹੀ ਭਉ, ਮੁੱਚ ਭਉ ਨਿਭਵਿਆ। ਨਾਨਕ ਇਹ ਪਟੰਤਰਾ ਤਿਤ ਦੀ ਬਾਣ ਗਿਆ। 52 ਅੱਖਰੀ ਵਿੱਚ ਵੀ ਸਮਝਾਇਆ। ਡੱਡਾ ਡਰ ਉਪਜੇ ਡਰ ਜਾਈ, ਨਿਡਰ ਹੁਆ ਡਰ ਰਿਹਾ ਸਮਾਈ। ਜਿਹੜੇ ਪਰਮਾਤਮਾ ਰੂਪੀ ਪਾਰਸ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਧਿਆਨ ਫਿਰ ਹੋਰ ਕਿਸੇ ਪਾਸੇ ਨਹੀਂ ਜਾਂਦਾ। ਉਹ ਤਾਂ ਇਤਨੇ ਨਿਸ਼ਚਿੰਤ ਤੇ ਬੇਫਿਕਰ ਹੋ ਜਾਂਦੇ ਨੇ। ਕਮਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ। ਹਮ ਕਾਹੂ ਕੀ ਕਾਨ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਮਨ ਨਰਕ ਕਿਆ ਸੁਰਗ ਵਿਚਾਰਾ। ਆਖਿਆ ਇਹ ਕੀ ਹਨ ਨਰਕ ਅਤੇ ਸੁਰਗ? ਸਾਨੂੰ ਇਹਨਾਂ ਨਾਲ ਕੋਈ ਲਗਾਓ ਨਹੀਂ, ਕੋਈ ਵਾਸਤਾ ਨਹੀਂ। ਸਾਨੂੰ ਤੇ ਉਸ ਪਰਮਾਤਮਾ ਨਾਲ ਸੰਬੰਧ ਹੈ ਜਿਹੜਾ ਪਾਰਸ ਰੂਪ ਹੈ, ਤੇ ਜਿਹੜਾ ਉਸ ਪਾਰਸ ਨਾਲ ਆਪਣੀ ਪ੍ਰੀਤ ਬਣਾ ਲੈਂਦਾ ਤੇ ਹੋਰ ਪਾਸਿਆਂ ਦਾ ਧਿਆਨ ਛੱਡ ਦਿੰਦਾ, ਉਹ ਫਿਰ ਪਾਰਸ ਰੂਪ ਸੋਨਾ ਬਣ ਜਾਂਦਾ। ਭਾਵ ਉਹਦੇ ਵਿੱਚੋਂ ਇਹ ਪਾਪ ਪੁੰਨ ਦੂਜੇ ਤੀਜੇ ਖਿਆਲ ਹੀ ਖਤਮ ਹੋ ਜਾਂਦਾ। ਉਹ ਕਹਿੰਦੇ ਨੇ ਅਸੀਂ ਤੇ ਇਹਨਾਂ ਸੁਰਗ ਤੇ ਨਰਕ ਦੀ ਇੱਛਾ ਤੋਂ ਬਚ ਗਏ। ਨਰਕ ਸੁਰਗ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ। ਜਿਹੜਾ ਗੁਰੂ ਕਾ ਸਿੱਖ ਗੁਰੂ ਦੇ ਦੱਸੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ, ਉਹਨੂੰ ਨਾ ਨਰਕ ਦਾ ਕੋਈ ਡਰ ਹੈ, ਨਾ ਸੁਰਗ ਦੀ ਕੋਈ ਇੱਛਾ। ਉਹ ਤੇ ਕਹਿੰਦਾ ਮੇਰੇ ਰਾਮ ਰਾਏ, ਜਿਉਂ ਰਾਖੋ ਤਿਉਂ ਰਹੀਏ। ਜਿਵੇਂ ਤੁਸੀਂ ਰੱਖਣਾ ਚਾਹੋ ਰੱਖੋ, ਅਸੀਂ ਤੁਹਾਨੂੰ ਕੋਈ ਇਸ ਸੰਬੰਧੀ ਖੇਚਲ ਨਹੀਂ ਦਿੰਦੇ। ਬਸ ਇੰਨੀ ਕਿਰਪਾ ਕਰੋ ਕਿ ਅਸੀਂ ਤੁਹਾਡਾ ਨਾਮ ਜਪਦੇ ਰਹੀਏ। ਤਾਂ ਤੇ ਭਗਤ ਜੀ ਕਹਿੰਦੇ ਪਿਆਰਿਓ, ਜਦੋਂ ਤੀਕਰ ਤੁਸੀਂ ਪਾਪ ਤੇ ਪੁੰਨ ਵਿੱਚ ਉਲਝੇ ਰਹੋਗੇ, ਇਹ ਤੁਹਾਨੂੰ ਭਟਕਾਉਂਦੇ ਰਹਿਣਗੇ। ਇਹ ਪਾਪ ਪੁੰਨ ਦਾ ਫੁਰਨਾ ਵਿਚਾਰ ਦਿਓ ਛੱਡ। ਨਿਜ ਘਰ ਪਾਰਸ, ਤੁਹਾਡੇ ਘਰ ਹਿਰਦੇ ਵਿੱਚ ਪਰਮਾਤਮਾ ਰੂਪੀ ਪਾਰਸ ਹੈ। ਤਜੋ ਗੁਣ ਆਨ, ਹੋਰ ਪਾਸੇ ਦਾ ਆਨ ਦਾ ਮਤਲਬ ਹੋਰ ਦੂਜੇ ਗੁਣਾਂ ਦਾ ਖਿਆਲ ਛੱਡ ਕੇ ਤੁਸੀਂ ਉਸ ਪਾਰਸ ਨਾਲ ਜੁੜ ਜਾਓ। ਤੇ ਜਿਹੜਾ ਪਾਰਸ ਨਾਲ ਜੁੜੇਗਾ ਉਹਨੂੰ ਉਹ ਸੋਨਾ ਬਣਾਏਗਾ ਹੀ ਬਣਾਏਗਾ। ਫਿਰ ਕਹਿੰਦੇ ਕਬੀਰ ਨਿਰਗੁਣ ਨਾਮ ਨਾ ਰੋਸ। ਕਬੀਰ ਜੀ ਕਹਿੰਦੇ ਹਨ ਉਹ ਪਰਮਾਤਮਾ ਜੋ ਮਾਇਆ ਦੇ 3 ਗੁਣਾਂ ਤੋਂ ਰਹਿਤ, ਜਿਸ ਨੂੰ ਨਿਰੰਜਨ ਵੀ ਕਿਹਾ ਜਾਂਦਾ, ਜਿਹੜਾ ਰਜੋ ਤਮੋ ਸਤੋ ਤੋਂ ਨਿਰਲੇਪ ਹੈ, ਉਹਦੇ ਨਾਮ ਨਾਲ ਰੁੱਸਿਆ ਨਾ ਕਰੋ। ਭਾਵ ਉਸਦੇ ਨਾਮ ਨੂੰ ਮਨੋਂ ਭੁਲਾਇਆ ਨਾ ਕਰੋ। ਉਹਦਾ ਨਾਮ ਜਪਣ ਤੋਂ ਟਾਲ ਮਟੋਲ ਨਾ ਕਰਿਆ ਕਰੋ। ਕਬੀਰ ਨਿਰਗੁਣ ਨਾਮ ਨਾ ਰੋਸ। ਕਿਉਂਕਿ ਸਾਡਾ ਸੁਭਾਅ ਹੈ ਹੋਰ ਗੱਲਾਂ ਕਰਨ ਵਾਸਤੇ ਸਾਡੇ ਕੋਲ ਟਾਈਮ ਹੈ, ਬੜਾ ਉਤਸ਼ਾਹ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਮੇਲਾ ਪੈ ਪੈ ਸੋਏ। ਇਹ ਰੁੱਸਣਾ। ਖਾਣ ਵੇਲੇ ਖਾ ਲੈਂਦੇ ਹਾਂ, ਸੌਣ ਵੇਲੇ ਸੌਂ ਲੈਂਦੇ ਹਾਂ,
ਪਰ ਜਦੋਂ ਪਰਮਾਤਮਾ ਦਾ ਨਾਮ ਜਪਣਾ ਹੋਵੇ ਫਿਰ ਸਾਨੂੰ ਆਲਸ ਆ ਜਾਂਦਾ। ਕਬੀਰ ਨਿਰਗੁਣ ਨਾਮ ਨ ਰੋਸ, ਇਸ ਪਰਚਾਏ ਪਰਚ ਰਹੋ ਏਸ। ਇਸ ਮਨ ਨੂੰ ਪਰਚਾਏ, ਉਸ ਪਰਮਾਤਮਾ ਦੇ ਨਾਮ ਨਾਲ ਪਰਚਾਉਣਾ ਕਰੋ, ਜੋੜਨਾ ਕਰੋ, ਤੇ ਪਰਚ ਰਹੋ ਏਸ। ਫਿਰ ਇਸ ਪਰਮਾਤਮਾ ਨਾਲ ਪਰਚੇ ਰਹੋ, ਜੁੜੇ ਰਹੋ, ਲਗੇ ਰਹੋ। ਆਪਣੀ ਧਰਮ ਦੀ ਕਿਰਤ ਕਰੋ, ਨਾਮ ਵੀ ਜਪੋ, ਵੰਡ ਵੀ ਛਕੋ। ਭਾਵ ਚੰਗੀ ਸੰਗਤ ਕਰਕੇ ਚੰਗੇ ਮਨੁੱਖਾਂ ਦੇ ਕੋਲ ਬੈਠੋ। ਸਤੀ ਪਹਿਰੀ ਸਤ ਭਲਾ, ਬਈਏ ਪੜ੍ਹਿਆ ਪਾਸ। ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਕੱਟੇ ਰਾਸ। ਆਖਿਆ ਜਦੋਂ ਚੰਗਿਆਂ ਦੀ ਸੰਗਤ ਕਰਾਂਗੇ ਫਿਰ ਉਹੋ ਜਿਹੇ ਬਣ ਜਾਵਾਂਗੇ। ਕਬੀਰ ਜੀ ਨੇ ਤਾਂ ਆਪਣੇ ਸ਼ਲੋਕਾਂ ਵਿੱਚ ਬਾਰ-ਬਾਰ ਇਸ 'ਤੇ ਜ਼ੋਰ ਦਿੱਤਾ। ਕਬੀਰ ਸੰਗਤ ਕਰੀਏ ਸਾਧ ਕੀ, ਦਿਨ ਦਿਨ